Kanchan Outlook। ਅਨੇਕਾਂ ਹੀ ਲੋਕ, ਅਨੇਕਾਂ ਹੀ ਸਾਧੂ ਜਨ ਜਪੀ ਤਪੀ ਉਸ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਪਰਮਾਤਮਾ ਨੂੰ ਲੱਭਣ ਦੇ ਖਾਤਰ ਅਨੇਕਾਂ ਪ੍ਰਕਾਰ ਦੇ ਕਰਮ ਕਾਂਡ ਕਰਦੇ ਨੇ, ਧਾਰਮਿਕ ਰੀਤੀ ਰਿਵਾਜ ਪਾਲਦੇ ਨੇ, ਪਰ ਉਹ ਇੱਕ ਬੜੀ ਹੀ ਅਹਿਮ ਗੱਲ ਨਹੀਂ ਜਾਣਦੇ। ਬੜੀ ਹੀ ਅਹਿਮ ਗੱਲ ਉਹਨਾਂ ਦੇ ਚਿੱਤ ਚੇਤੇ ਦੇ ਵਿੱਚ ਨਹੀਂ ਆਉਂਦੀ ਕਿ ਪਰਮਾਤਮਾ ਲੱਭਣ ਦਾ ਵਿਸ਼ਾ ਹੈ ਹੀ ਨਹੀਂ। ਪਰਮਾਤਮਾ ਨੂੰ ਲੱਭਣ ਦੀ ਤੇ ਲੋੜ ਹੀ ਨਹੀਂ। ਉਹ ਲੋੜ ਕਿਉਂ ਨਹੀਂ? ਇਸ ਸਵਾਲ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 458ਵੇਂ ਅੰਗ ਤੇ ਵਿਰਾਜਮਾਨ ਬਾਣੀ ਦੇ ਰਾਹੀਂ ਗੁਰੂ ਅਰਜਨ ਸਾਹਿਬ ਸਾਨੂੰ ਦਿੰਦੇ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਤੇ ਆਓ ਹੁਣ ਜਾਣੀਏ ਕਿ ਕਿਉਂ ਉਹ ਲੋਕ ਜਿਹੜੇ ਪ੍ਰਮਾਤਮਾ ਨੂੰ ਲੱਭਣ ਦੇ ਰਸਤੇ ਤੇ ਤੁਰ ਰਹੇ ਨੇ ਉਹ ਗਲਤ ਰਸਤੇ ਤੇ ਤੁਰਦੇ ਪਏ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ। ਅਕਸਰ ਜੋ ਮਨੁੱਖ ਹੈ ਉਹ ਆਪਣੀ ਤਾਰੀਫ ਕਰਦਾ ਹੈ। ਆਪਣੇ ਜੋ ਗੁਣ ਹਨ, ਬੇਸ਼ੱਕ ਥੋੜ੍ਹੇ ਹੀ ਹੋਣ, ਉਹ ਗੁਣ ਦੂਜਿਆਂ ਨੂੰ ਗਿਣਾਉਂਦਾ ਹੈ। ਆਪਣੇ ਔਗਣਾਂ ਦਾ ਢੰਡੋਰਾ ਕੋਈ ਵੀ ਨਹੀਂ ਪਿੱਟਦਾ। ਆਪਣੇ ਔਗਣਾਂ ਦੇ ਬਾਰੇ 'ਚ ਕੋਈ ਵੀ ਗੱਲ ਨਹੀਂ ਕਰਦਾ। ਪਰ ਉਹ ਇਨਸਾਨ ਜਿਹਨੇ ਆਪੇ ਭਾਵ ਨੂੰ ਖਤਮ ਕਰ ਲਿਆ ਹੋਵੇ, ਉਹ ਆਪਣੇ ਔਗਣਾਂ ਨੂੰ ਦੁਨੀਆ ਦੇ ਸਾਹਮਣੇ ਰੱਖਣ ਤੋਂ ਗੁਰੇਜ਼ ਨਹੀਂ ਕਰਦਾ। ਆਪਣੇ ਔਗਣਾਂ ਨੂੰ ਉਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਆਪਣੇ ਗੁਣਾਂ ਨੂੰ ਵਧਾ ਚੜ੍ਹਾ ਕੇ ਦੱਸਦਾ ਨਹੀਂ। ਗੁਰੂ ਅਰਜਨ ਸਾਹਿਬ ਜਦੋਂ ਕਹਿੰਦੇ ਨੇ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ, ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ, ਤੇ ਅਗਲੀਆਂ ਪੰਕਤੀਆਂ ਵੀ ਇਹ ਸਾਰਾ ਹੀ ਜੋ ਬੰਦ ਹੈ ਇਹਦੇ ਰਾਹੀਂ ਬੜੀ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਆਪੇ ਭਾਵ ਨੂੰ ਚੂਰ ਚੂਰ ਕਰ ਦਿੱਤਾ ਹੈ। ਰੱਤੀ ਭਰ ਵੀ ਆਪਾ ਭਾਵ ਉਹਨਾਂ ਦੇ ਅੰਦਰ ਨਹੀਂ ਹੈ। ਕਹਿੰਦੇ ਹੇ ਪ੍ਰਭੂ, ਮੈਂ ਗੁਨਾਹਗਾਰ ਹਾਂ, ਅਪਰਾਧੀ ਹਾਂ, ਅਕਲੋਂ ਸੱਖਣਾ ਹਾਂ, ਮਤਹੀਨ ਹਾਂ, ਨਿਰਗੁਣ ਹਾਂ, ਗੁਣ ਕੋਈ ਨਹੀਂ ਮੇਰੇ ਵਿੱਚ, ਅਨਾਥ ਨੀਚ ਹਾਂ, ਨਿਆਸਰਾ ਹਾਂ, ਮੰਦੇ ਸੁਭਾਅ ਵਾਲਾ ਹਾਂ, ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ। ਮੈਂ ਵਿਕਾਰੀ ਹਾਂ, ਬੇਤਰਸ ਹਾਂ, ਨੀਵੀਂ ਕੁੱਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉੱਤੇ ਦਬਾ ਪਾ ਰਿਹਾ ਹੈ। ਮਲ ਭਰਮ ਕਰਮ ਅਹਮ ਮਮਤਾ ਮਰਨ ਚੀਤ ਨਾ ਆਵੇ। ਹੇ ਪ੍ਰਭੂ, ਭਟਕਣਾ ਵਿੱਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ। ਮੇਰੇ ਅੰਦਰ ਹੰਕਾਰ ਹੈ, ਮਮਤਾ ਹੈ, ਇਸ ਵਾਸਤੇ ਮੌਤ ਮੈਨੂੰ ਚੇਤੇ ਨਹੀਂ ਆਉਂਦੀ। ਬਨਿਤਾ ਵਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ। ਮੈਂ ਇਸਤਰੀ ਦੇ ਚੋਜ਼ ਤਮਾਸ਼ਿਆਂ ਦੇ ਵਿੱਚ, ਮਾਇਆ ਦੇ ਮੌਜ ਮੇਲਿਆਂ ਦੇ ਵਿੱਚ ਗਰਕ ਹਾਂ। ਮੈਨੂੰ ਅਗਿਆਨਤਾ ਚੰਬੜੀ ਹੋਈ ਹੈ। ਖਿੱਸੈ ਜੋਬਨ ਵਧੈ ਜ਼ਰੂਆ ਦਿਨ ਦਿਹਾੜੇ ਸੰਗ ਮੀਚ। ਹੇ ਪ੍ਰਭੂ, ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵੱਧ ਰਿਹਾ ਹੈ, ਮੌਤ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਦਿਨ ਤੱਕ ਰਹੀ ਹੈ। ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਨੀਚ। ਤੇਰਾ ਦਾਸ ਨਾਨਕ ਤੇਰੇ ਦਰ 'ਤੇ ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸ਼ਰਨ ਰੱਖ। ਭਰਮੇ ਜਨਮ ਅਨੇਕ ਸੰਕਟ ਮਹਾਜੋਨ, ਲਪਟ ਰਹਿਓ ਤਿਹ ਸੰਗ ਮੀਠੇ ਭੋਗ ਸੋਨ। ਹੇ ਪ੍ਰਭੂ, ਹੇ ਮੁਰਾਰੀ, ਮੈਂ ਅਨੇਕਾਂ ਜਨਮਾਂ ਵਿੱਚ ਭਟਕਿਆ ਹਾਂ। ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ। ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਨੇ ਤੇ ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ। ਭ੍ਰਮਤ ਭਾਰ ਅਗਨਤ ਆਇਓ, ਬਹੁ ਪ੍ਰਦੇਸਾਂ ਧਾਇਓ। ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ। ਅਨੇਕਾਂ ਪ੍ਰਦੇਸਾਂ ਵਿੱਚ, ਯਾਨੀ ਕਿ ਅਨੇਕਾਂ ਜੂਨਾਂ ਦੇ ਵਿੱਚ ਮੈਂ ਦੌੜ ਚੁੱਕਿਆ ਹਾਂ। ਦੁੱਖ ਹੀ ਦੁੱਖ ਵੇਖੇ ਨੇ। ਅਬ ਓਟ ਧਾਰੀ ਪ੍ਰਭ ਮੁਰਾਰੀ, ਸਰਬ ਸੁੱਖ ਹਰਿ ਨਾਇਓ। ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਸੁੱਖ ਨਹੀਂ ਸਨ ਦੇਖੇ, ਦੁੱਖ ਹੀ ਦੁੱਖ ਵੇਖੇ ਸੀ। ਤਾਂ ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇਰੀ ਓਟ ਧਾਰੀ ਹੈ। ਤੇਰੇ ਨਾਮ ਵਿੱਚ ਮੈਨੂੰ ਸਾਰੇ ਸੁੱਖ ਮਿਲ ਗਏ ਹਨ। ਰੱਖਨ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਆ ਹੋਣ। ਹੇ ਰੱਖਿਆ ਕਰਨ ਦੇ ਸਮਰੱਥ ਪਿਆਰੇ ਪ੍ਰਭੂ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਮੈਂ ਯਤਨ ਬਹੁਤ ਕੀਤੇ, ਪਰ ਮੈਥੋਂ ਹੁਣ ਤੱਕ ਕੁਝ ਹੋ ਨਹੀਂ ਸਕਿਆ ਤੇ ਅਗਾਂਹ ਨੂੰ ਵੀ ਕੁਝ ਹੋਣਾ ਨਹੀਂ। ਸੂਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰੈ ਭਉਨ। ਹੇ ਨਾਨਕ ਆਖ, ਹੇ ਪ੍ਰਭੂ,
ਜਿਸ ਮਨੁੱਖ ਉੱਤੇ ਤੇਰੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਆਤਮਿਕ ਅਡੋਲਤਾ ਤੇ ਸੁੱਖ ਆਨੰਦ ਪ੍ਰਾਪਤ ਹੋ ਜਾਂਦੇ ਹਨ। ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਾਮ ਧਾਰੀਕ ਉਧਾਰੇ ਭਗਤਾਂ ਸੰਸਾ ਕੌਣ। ਨਾਮ ਧਾਰੀ ਜਾਣੀ ਕਿ ਨਾਮ ਮਾਤਰ ਭਗਤ, ਜਿਨ੍ਹਾਂ ਨੇ ਆਪਣੇ ਨਾਮ ਦੇ ਵਿੱਚ ਭਗਤ ਲਾਇਆ ਹੋਇਆ। ਹੇ ਭਾਈ, ਪਰਮਾਤਮਾ ਨੇ ਤਾਂ ਉਹ ਬੰਦੇ ਵੀ ਵਿਕਾਰਾਂ ਤੋਂ ਬਚਾ ਲਏ ਜਿਨ੍ਹਾਂ ਨੇ ਸਿਰਫ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ। ਤਾਂ ਜਿਹੜੇ ਉਹਦੇ ਅਸਲ ਦੇ ਵਿੱਚ ਭਗਤ ਨੇ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਦੀ ਕਿਸੇ ਸੰਸਾ ਕਰਨ ਦੀ ਲੋੜ ਹੀ ਨਹੀਂ। ਨਾਮ ਧਾਰੀਕ ਉਧਾਰੇ ਭਗਤਾਂ ਸੰਸਾ ਕੌਣ। ਫਿਰ ਭਗਤਾਂ ਨੂੰ ਕਾਹਦਾ ਸੰਸਾ ਹੈ। ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ਼ਰਵਨ। ਜੇਨ ਕੇਨ ਪ੍ਰਕਾਰੇ ਯਾਨੀ ਕਿ ਜਿਸ ਕਿਸੇ ਤਰੀਕੇ ਨਾਲ ਵੀ ਗੁਰੂ ਸਾਹਿਬ ਸਾਨੂੰ ਹਦਾਇਤ ਕਰਦੇ ਹੋਏ ਕਹਿੰਦੇ ਨੇ ਕਿ ਭਾਈ ਜਿਸ ਤਰੀਕੇ ਨਾਲ ਵੀ ਹੋ ਸਕੇ ਆਪਣੇ ਕੰਨਾਂ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਰਿਹਾ ਕਰੋ। ਸੁਨ ਸ਼ਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹੇ। ਹੇ ਗਿਆਨਵਾਨ ਬੰਦੇ, ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸੁਣ। ਇਸ ਤਰ੍ਹਾਂ ਤੂੰ ਮਨ ਵਿੱਚ ਨਾਮ ਖਜ਼ਾਨਾ ਲੱਭ ਲਵੇਂ। ਹਰ ਰੰਗ ਰਾਤੇ ਪ੍ਰਭ ਵਿਦਾਤੇ ਰਾਮ ਕੇ ਗੁਣ ਗਾਵਹੇ। ਭਾਗਾਂ ਵਾਲੇ ਹਨ ਉਹ ਮਨੁੱਖ ਜਿਹੜੇ ਹਰ ਰੰਗ ਰਾਤੇ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ। ਨਾਮ ਰੰਗ ਦੇ ਵਿੱਚ, ਪ੍ਰੇਮ ਰੰਗ ਦੇ ਵਿੱਚ ਮਸਤ ਹੋ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ। ਬਸੁੱਧ ਕਾਗਦ ਬਨ ਰਾਜ ਕਲਮਾ ਲਿਖਣ ਕਉ ਜੇ ਹੋਏ ਪਵਨ। ਕਹਿੰਦੇ ਜੇ ਸਾਰੀ ਧਰਤੀ ਕਾਗਜ਼ ਬਣ ਜਾਵੇ, ਜਿੰਨੀ ਵੀ ਬਨਸਪਤੀ ਹੈ ਉਹ ਕਲਮ ਬਣ ਜਾਵੇ, ਤੇ ਜੋ ਹਵਾ ਹੈ ਉਹ ਲਿਖਣ ਵਾਲੀ ਬਣ ਜਾਵੇ, ਲਿਖਾਰੀ ਬਣ ਜਾਵੇ। ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਨ। ਤਾਂ ਵੀ ਉਸ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਨਾਨਕ ਆਖ, ਮੈਂ ਉਸ ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ। ਆਸਾ ਮਹਿਲਾ ਪੰਜਵਾਂ। ਪੁਰਖ ਪਤੇ ਭਗਵਾਨ ਤਾਂ ਕੀ ਸ਼ਰਨ ਗਹੀ ਨਿਰਭਉ ਪਏ ਪ੍ਰਾਨ ਚਿੰਤਾ ਸਗਲ ਲਹੀ। ਇਹ ਭਾਈ, ਜਿਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ, ਪੁਰਖ ਪਤੇ ਭਗਵਾਨ ਤਾਂ ਕੀ ਸ਼ਰਨ ਗਹੀ, ਜਿਨ੍ਹਾਂ ਸੰਤ ਜਨਾਂ ਨੇ ਉਹਦਾ ਆਸਰਾ ਲਿਆ, ਉਸ ਪਰਮਾਤਮਾ ਦੀ ਸ਼ਰਨ ਫੜੀ ਹੈ। ਨਿਰਭਉ ਭਏ ਪ੍ਰਾਨ ਚਿੰਤਾ ਸਗਲ ਲਹੀ। ਉਹ ਦੁਨੀਆ ਦੇ ਡਰ ਤੋਂ ਰਹਿਤ ਹੋ ਗਏ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ। ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਛਾਣਿਆ। ਉਹਨਾਂ ਦੇ ਲਈ ਭਗਵਾਨ ਹੀ ਮਾਂ ਪਿਓ ਪੁੱਤਰ ਮਿੱਤਰ ਸੱਜਣ ਪਿਆਰਾ ਰਿਸ਼ਤੇਦਾਰ ਸਭ ਕੁਝ ਹੋ ਗਏ। ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ। ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਦੇ ਵਿੱਚ ਜੋੜਿਆ। ਭਗਵਾਨ ਨੇ ਬਾਹੋਂ ਫੜ ਕੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲਿਆ। ਉਹ ਸੰਤ ਜਨ ਪਰਮਾਤਮਾ ਦੀ ਸਿਫਤ ਉਚਾਰਦੇ ਰਹਿੰਦੇ ਹਨ। ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ। ਹੇ ਭਾਈ, ਉਸ ਪਰਮਾਤਮਾ ਦੇ ਗੁਣ ਬੇਅੰਤ ਹਨ, ਵਡਿਆਈਆਂ ਅਨੇਕ ਹਨ। ਉਸ ਦੀ ਬਜ਼ੁਰਗੀ ਦਾ ਰੱਤਾ ਪਰ ਵੀ ਮੁੱਲ ਨਹੀਂ ਦੱਸਿਆ ਜਾ ਸਕਦਾ। ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ। ਉਹ ਪ੍ਰਭੂ ਆਪਣੇ ਇੱਕ ਸਰੂਪ ਤੋਂ ਅਨੇਕ ਰੂਪ ਬਣਿਆ ਹੋਇਆ ਹੈ। ਉਹਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸਭ ਦਾ ਮਾਲਕ ਹੈ। ਹੇ ਨਾਨਕ ਆਖ, ਸੰਤ ਜਨਾਂ ਨੇ ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ। ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ। ਹੇ ਭਾਈ, ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਸਹਾਈ ਆਪ ਭਏ। ਅੰਮ੍ਰਿਤ ਬਨ ਸੰਸਾਰ, ਉਹਦੇ ਲਈ ਜੋ ਸੰਸਾਰ ਸਮੁੰਦਰ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਜਲ ਦਾ ਸਰੋਤ ਬਣ ਜਾਂਦਾ ਹੈ। ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾਇਆ। ਵਿਖ ਕੇ ਦਿਵਸ ਗਏ, ਆਤਮਿਕ ਮੌਤ ਲਿਆਉਣ ਵਾਲੇ ਮਾਇਆ ਮੋਹ ਦੇ ਜ਼ਹਿਰ ਦੇ ਦਿਨ ਉਹਨਾਂ ਦੇ ਬੀਤ ਜਾਂਦੇ ਨੇ। ਗਤ ਭਰਮ ਮੋਹ ਵਿਕਾਰ ਬਿਨਸੇ ਜੋਨ ਆਵਨ ਸਭ ਰਹੇ। ਉਹਨਾਂ ਦੀ ਗਤ ਹੋ ਜਾਂਦੀ ਹੈ, ਚੰਗੀ ਅਕਲ ਆ ਜਾਂਦੀ ਹੈ, ਉੱਚੀ ਆਤਮਿਕ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ। ਉਹਨਾਂ ਦੇ ਅੰਦਰੋਂ ਮੋਹ ਤੇ ਵਿਕਾਰ
ਨਾਸ ਹੋ ਜਾਂਦੇ ਨੇ ਤੇ ਜਨਮ ਮਰਨ ਦਾ ਗੇੜ ਉਹਨਾਂ ਦਾ ਮੁੱਕ ਜਾਂਦਾ ਹੈ। ਅਗਨ ਸਾਗਰ ਭਏ ਸ਼ੀਤਲ, ਸਾਧ ਅੰਚਲ ਗਹਿ ਰਹੇ। ਜਿਹੜੇ ਮਨੁੱਖ ਸਾਧ ਅੰਚਲ ਜਾਣੀ ਕਿ ਗੁਰੂ ਦਾ ਪੱਲਾ ਫੜੀ ਰੱਖਦੇ ਨੇ, ਵਿਕਾਰਾਂ ਦੀ ਅੱਗ ਦੇ ਨਾਲ ਭਰਿਆ ਸੰਸਾਰ ਸਮੁੰਦਰ ਉਹਨਾਂ ਦੇ ਲਈ ਠੰਡਾ ਠਾਰ ਹੋ ਜਾਂਦਾ ਹੈ। ਅਗਨ ਸਾਗਰ ਭਏ ਸ਼ੀਤਲ। ਗੋਵਿੰਦ ਗੋਪਾਲ ਦਇਆਲ ਸਮਰਥ, ਬੋਲ ਸਾਧੂ ਹਰ ਜੈ ਜੈ। ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਗੋਵਿੰਦ ਗੋਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ। ਨਾਨਕ ਨਾਮ ਧਿਆਏ ਪੂਰਨ, ਸਾਧ ਸੰਗ ਪਾਈ ਪਰਮ ਗਤੇ। ਗੁਰੂ ਦੀ ਸੰਗਤ ਵਿੱਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈਦੀ ਹੈ। ਤੇ ਹੁਣ ਉਸ ਸਵਾਲ ਦਾ ਉੱਤਰ ਜੋ ਸ਼ੁਰੂਆਤ ਦੇ ਵਿੱਚ ਪਾਇਆ ਕਿ ਪਰਮਾਤਮਾ ਲੱਭਣ ਦਾ ਵਿਸ਼ਾ ਨਹੀਂ ਹੈ, ਤਾਂ ਫਿਰ ਕਾਹਦਾ ਵਿਸ਼ਾ ਹੈ? ਪਰਮਾਤਮਾ ਸਿਰਫ ਯਾਦ ਕਰਨ ਦਾ ਵਿਸ਼ਾ ਹੈ, ਕਿਉਂਕਿ ਲੱਭਣਾ ਤੇ ਪਰਮਾਤਮਾ ਨੂੰ ਪੈਂਦਾ ਹੀ ਨਹੀਂ। ਜਾਂ ਦੇਖੋ ਤਾਂ ਸੰਗ ਏਕੋ ਰਵ ਰਹਿਆ। ਅਸੀਂ ਜਿੱਧਰ ਵੇਖੀਏ ਉੱਧਰ ਹੀ ਪਰਮਾਤਮਾ ਸਾਡੇ ਨਾਲ ਹੈ, ਮੌਜੂਦ ਹੈ। ਇਹ ਜੋ ਹਵਾ ਵਗਦੀ ਪਈ ਹੈ, ਇਹ ਪਰਮਾਤਮਾ ਦਾ ਸਰੂਪ ਹੈ। ਇਹ ਜੋ ਦਰਖਤ ਨੇ, ਪਰਮਾਤਮਾ ਦਾ ਸਰੂਪ ਹੈ। ਇਹ ਜੋ ਜੀਵ ਜੰਤੂ ਮਨੁੱਖ ਸਾਡੇ ਸਾਹਮਣੇ ਤੁਰਿਆ ਫਿਰਦਾ, ਅਸੀਂ ਖੁਦ, ਸਾਡੇ ਸਾਹ ਚੱਲਦੇ ਪਏ ਨੇ, ਸਾਡਾ ਦਿਲ ਧੜਕਦਾ ਪਿਆ, ਇਹ ਸਾਰੇ ਹੀ ਪਰਮਾਤਮਾ ਦੇ ਸਰੂਪ ਨੇ। ਅਸੀਂ ਖੁਦ ਉਸ ਪਰਮਾਤਮਾ ਦਾ ਸਰੂਪ ਹਾਂ। ਜਿੱਥੇ ਜੀਵਨ ਹੈ, ਜਿੱਥੇ ਜ਼ਿੰਦਗੀ ਹੈ, ਉੱਥੇ ਪਰਮਾਤਮਾ ਹੈ। ਜਿੱਥੇ ਗਰੋਥ ਹੈ, ਯਾਨੀ ਕਿ ਜਿੱਥੇ ਕੁਝ ਵੀ ਵੱਧ ਫੁੱਲ ਰਿਹਾ, ਪ੍ਰਫੁੱਲਤ ਹੋ ਰਿਹਾ, ਬੇਸ਼ੱਕ ਉਹ ਕੋਈ ਜੀਵ ਜੰਤੂ ਹੋਵੇ ਜਾਂ ਬਨਸਪਤੀ ਹੋਵੇ, ਜਿੱਥੇ ਵੀ ਗਰੋਥ ਹੈ ਉੱਥੇ ਹੀ ਪਰਮਾਤਮਾ ਹੈ। ਸੋ ਪਰਮਾਤਮਾ ਨੂੰ ਲੱਭਣਾ ਤੇ ਪੈਂਦਾ ਹੀ ਨਹੀਂ। ਜੋ ਸਾਨੂੰ ਚਾਹੀਦਾ ਉਹ ਇਹ ਕਿ ਇਸ ਪਰਮਾਤਮਾ ਨੂੰ ਅਸੀਂ ਚੇਤੇ ਦੇ ਵਿੱਚ ਲੈ ਕੇ ਆਈਏ, ਇਹਨੂੰ ਯਾਦ ਰੱਖੀਏ। ਪਰਮਾਤਮਾ ਲੱਭਣ ਦਾ ਵਿਸ਼ਾ ਨਹੀਂ, ਪਰਮਾਤਮਾ ਯਾਦ ਕਰਨ ਦਾ ਤੇ ਯਾਦ ਰੱਖਣ ਦਾ ਵਿਸ਼ਾ ਹੈ। ਜਹਾਂ ਦੇਖੋ ਤਹਾਂ ਸੰਗ ਏਕੋ ਰਵ ਰਹਿਆ। ਘਟ ਘਟ ਵਾਸੀ ਆਪ ਵਿਰਲਾ ਕਿਨੈ ਲਹਿਆ। ਉਹ ਪਰਮਾਤਮਾ ਤੇ ਘਟ ਘਟ ਦਾ ਵਾਸੀ ਹੈ। ਹਰੇਕ ਸਰੀਰ ਦੇ ਵਿੱਚ ਉਹ ਆਪਣਾ ਨਿਵਾਸ ਰੱਖਦਾ ਹੈ, ਪਰ ਇਹ ਗੱਲ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ। ਜਲ ਥਲ ਮਹੀਲ ਪੂਰ ਪੂਰਨ, ਕੀਟ ਹਸਤ ਸਮਾਨਿਆ। ਉਹ ਪ੍ਰਭੂ ਪਾਣੀ ਵਿੱਚ, ਧਰਤੀ ਵਿੱਚ, ਪੁਲਾੜ ਵਿੱਚ, ਹਰ ਥਾਂ ਵਸ ਰਿਹਾ ਹੈ। ਕੀੜੀ ਤੇ ਹਾਥੀ ਦੇ ਵਿੱਚ ਇੱਕੋ ਜਿੰਨਾ ਹੈ। ਜਿੰਨਾ ਪਰਮਾਤਮਾ ਕੀੜੀ 'ਚ ਵਸਦਾ ਹੈ, ਓਨਾ ਹੀ ਹਾਥੀ 'ਚ ਵਸਦਾ ਹੈ। ਬੇਸ਼ੱਕ ਕੀੜੀ ਤੇ ਹਾਥੀ ਦਾ ਜੋ ਸਾਈਜ਼ ਹੈ ਉਹਦੇ 'ਚ ਬਹੁਤ ਜ਼ਿਆਦਾ ਫਰਕ ਹੈ। ਕੀੜੀ ਬਹੁਤ ਹੀ ਛੋਟੀ ਤੇ ਹਾਥੀ ਬਹੁਤ ਵੱਡਾ ਹੈ, ਪਰ ਪਰਮਾਤਮਾ ਦੋਨਾਂ ਦੇ ਵਿੱਚ ਸਮਾਨ ਹੈ। ਕੀਟ ਹਸਤ ਸਮਾਨਿਆ। ਆਦ ਅੰਤੇ ਮਦ ਸੋਈ, ਗੁਰ ਪ੍ਰਸਾਦੀ ਜਾਣਿਆ। ਇਸ ਸ੍ਰਿਸ਼ਟੀ ਦੀ ਰਚਨਾ ਦੇ ਸ਼ੁਰੂ ਦੇ ਵਿੱਚ ਵੀ ਉਹ ਪਰਮਾਤਮਾ ਸੀ, ਮੱਧ ਦੇ ਵਿੱਚ ਵੀ ਉਹ ਪਰਮਾਤਮਾ ਹੈ, ਅੰਤ ਦੇ ਵਿੱਚ ਵੀ ਉਹ ਪਰਮਾਤਮਾ ਹੋਏਗਾ। ਪਰ ਇਹ ਗੱਲ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਹੀ ਜਾਣ ਪਾਉਂਦੇ ਹਾਂ। ਬ੍ਰਹਮ ਪਸਰਿਆ ਬ੍ਰਹਮ ਲੀਲਾ, ਗੋਵਿੰਦ ਗੁਣ ਨਿਧ ਜਨ ਕਹਿਆ। ਇਹ ਭਾਈ ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ। ਸੰਸਾਰ ਦੀ ਇਹ ਖੇਡ ਪਰਮਾਤਮਾ ਦੀ ਹੀ ਰਚੀ ਹੋਈ ਹੈ। ਉਹ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ। ਪਰ ਇਹ ਗੱਲ ਕਿਸੇ ਵਿਰਲੇ ਸੇਵਕ ਨੇ ਹੀ ਸਮਝੀ ਹੈ ਤੇ ਕਿਸੇ ਵਿਰਲੇ ਸੇਵਕ ਨੇ ਹੀ ਉਹਦਾ ਨਾਮ ਜਪਿਆ ਹੈ। ਸਿਮਰ ਸੁਆਮੀ ਅੰਤਰਜਾਮੀ, ਹਰ ਏਕ ਨਾਨਕ ਰਵ ਰਹਿਆ। ਹੇ ਨਾਨਕ, ਹਰੇਕ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੋ। ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 458ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਕ ਗੱਲ ਅਸੀਂ ਅੱਜ ਦੀ ਗੁਰਬਾਣੀ ਦੇ ਵਿੱਚੋਂ ਚੇਤੇ ਦੇ ਵਿੱਚ ਬੰਨ੍ਹ ਲਈਏ ਕਿ ਉਹ ਪਰਮਾਤਮਾ ਲੱਭਣ ਦਾ ਵਿਸ਼ਾ ਨਹੀਂ, ਪਰਮਾਤਮਾ ਚੇਤੇ ਦੇ ਵਿੱਚ ਰੱਖਣ ਦਾ ਵਿਸ਼ਾ ਹੈ। ਅਸੀਂ ਆਪਣੇ ਆਸ-ਪਾਸ ਜਿੱਥੇ ਵੀ ਜੀਵਨ ਹੈ ਉੱਥੇ ਹੀ ਉਸ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰੀਏ। ਗੁਰੂ ਦਾ ਪੱਲਾ ਅਸੀਂ ਫੜੀ ਰੱਖੀਏ, ਗੁਰਬਾਣੀ ਦੇ ਲੜ ਅਸੀਂ ਲੱਗੇ ਰਹੀਏ, ਕਿਉਂਕਿ ਗੁਰੂ ਦਾ ਪੱਲਾ ਜਦ ਤੱਕ ਅਸੀਂ ਫੜਿਆ ਹੈ, ਇਹ ਸੰਸਾਰ ਸਮੁੰਦਰ ਜੋ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ, ਇਹ ਵੀ ਸਾਡੇ ਲਈ ਠੰਡਾ ਠਾਰ ਸ਼ੀਤਲ ਜਲ ਦਾ ਸਰੋਤ ਬਣ ਜਾਂਦਾ ਹੈ। ਜਿਸ ਕਿਸੇ ਵੀ ਤਰੀਕੇ ਦੇ ਨਾਲ ਸੰਭਵ ਹੋ ਸਕੇ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਸਾਂਝ ਜ਼ਰੂਰ ਪਾਈਏ,
ਬੇਸ਼ੱਕ ਅਸੀਂ ਆਪਣੇ ਕੰਨਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਸੁਣੀਏ, ਬੇਸ਼ੱਕ ਅਸੀਂ ਆਪਣੇ ਮੁਖ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਨੂੰ ਉਚਾਰੀਏ, ਤੇ ਜਾਂ ਫਿਰ ਆਪਣੀਆਂ ਅੱਖਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਨੂੰ ਪੜ੍ਹੀਏ, ਪਰ ਸਿਫਤ ਸਲਾਹ ਦੇ ਨਾਲ ਆਪਣੀ ਸਾਂਝ ਜ਼ਰੂਰ ਰੱਖੀਏ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।